अस्सलाम वालेकुम। सहरिश्ता किचन 'ਚ ਤੁਹਾਡਾ ਬਹੁਤ-ਬਹੁਤ ਵੈਲਕਮ। ਅੱਜ ਮੈਂ ਲੈ ਕੇ ਆਈ ਹਾਂ ਤੁਹਾਡੇ ਲਈ ਇੱਕ ਬਹੁਤ ਹੀ ਮਜ਼ੇਦਾਰ ਜੀ ਰੈਸਿਪੀ। ਜਿੱਦਾਂ ਕਿ ਤੁਹਾਨੂੰ ਪਤਾ ਕਿ ਮੈਂ ਤੁਹਾਡੇ ਲਈ ਬਹੁਤ ਹੀ ਮਜ਼ੇਦਾਰ ਤੇ ਆਸਾਨ ਜਿਹੀਆਂ ਰੈਸਿਪੀਆਂ ਲੈ ਕੇ ਆਉਂਦੀ ਹਾਂ, ਜਿੰਦੇ 'ਚ ਕੋਈ ਜ਼ਿਆਦਾ ਐਫਰਟ ਨਹੀਂ ਲੱਗਦੀ, ਜਿੰਦੇ 'ਚ ਤੁਸੀਂ ਬਹੁਤ ਜ਼ਿਆਦਾ ਖਪਦੇ ਨਹੀਂ ਹੋ। ਰੈਸਿਪੀਆਂ ਤਾਂ ਸਾਰੇ ਹੀ ਬਣਾਉਂਦੇ ਆ, ਪਰ ਇਹਨੂੰ ਆਸਾਨ ਤਰੀਕੇ ਨਾਲ ਕਿੱਦਾਂ ਬਣਾ ਸਕਦੇ ਹਾਂ ਕਿ ਸਾਡੀ ਮਿਹਨਤ ਘੱਟ ਲੱਗੇ। ਤੁਸੀਂ ਜਾਣਦੇ ਹੀ ਆ ਕਿ ਅੱਜ ਕੱਲ੍ਹ ਗਰਮੀ ਕਿੰਨੀ ਹੋ ਗਈ ਹੈ। ਪਤਾ ਨਹੀਂ ਮੈਨੂੰ ਹੀ ਇੰਨੀ ਗਰਮੀ ਲੱਗਦੀ ਹੈ ਕਿ ਤੁਹਾਡੇ ਸਾਰਿਆਂ ਕੋਲ ਵੀ ਇੰਨੀ ਗਰਮੀ ਹੋ ਗਈ ਹੈ। ਚੁੱਲ੍ਹੇ ਅੱਗੇ ਖੜ੍ਹੇ ਹੋਣਾ ਹੀ ਇੰਨਾ ਮੁਸ਼ਕਿਲ ਆ, ਅਤੇ ਬੰਦਾ ਇੰਨੀਆਂ ਜਿਹੜੀਆਂ ਰੈਸਪੀਆਂ ਕਿੱਦਾਂ ਬਣਾਵੇ, ਖਾਣੇ ਕਿੱਦਾਂ ਬਣਾਵੇ। ਗਰਮੀਆਂ 'ਚ ਤਾਂ ਸਾਰਿਆਂ ਤੋਂ ਔਖਾ ਕੰਮ ਆਹੀ ਆ ਕਿ ਖਾਣਾ ਕਿੱਦਾਂ ਬਣਾਉਣਾ। ਚੁੱਲ੍ਹੇ ਅੱਗੇ ਜਾਓ ਅਤੇ ਪਸੀਨੋ ਪਸੀਨੀ ਹੋ ਜਾਂਦੇ ਆ, ਅਤੇ ਕੋਈ ਸਮਝ ਨਹੀਂ ਆਉਂਦੀ ਕਿੱਦਾਂ ਕੰਮ ਕਰਨਾ। ਤੁਸੀਂ ਕਿੱਦਾਂ ਕੰਮ ਕਰਦੇ ਆ, ਤੁਸੀਂ ਆਪਣਾ ਵੀ ਦੱਸੋ, ਮੇਰੇ ਨਾਲ ਸ਼ੇਅਰ ਕਰੋ ਕਿ ਕੀ ਕਰਦੇ ਆ ਤੁਸੀਂ ਜਿਸ ਵੇਲੇ ਖਾਣਾ ਬਣਾਉਂਦੇ ਆ। ਕਿਉਂਕਿ ਅੱਜ ਕੱਲ੍ਹ ਜਿਹੜਾ ਨਾ ਡੀਹਾਈਡਰੇਸ਼ਨ ਹੋ ਜਾਂਦੀ ਆ, ਪਤਾ ਨਹੀਂ ਕਿੰਨੇ ਸਾਰੇ ਪ੍ਰੋਬਲਮਸ ਆ। ਕੁੜੀਆਂ ਦੇ ਤਾਂ ਵੈਸੇ ਇੰਨੇ ਪ੍ਰੋਬਲਮ ਹੁੰਦੇ, ਮੈਨੂੰ ਡੀਹਾਈਡਰੇਸ਼ਨ ਹੋ ਗਈ, ਮੇਰਾ ਮੂੰਹ ਖਰਾਬ ਹੋ ਗਿਆ, ਸਕਿਨ ਖਰਾਬ ਹੋ ਗਈ, ਅਤੇ ਪਤਾ ਨਹੀਂ ਕੀ ਤੁਹਾਡੇ ਨਾਲ ਵੀ ਇੱਦਾਂ ਹੀ ਹੁੰਦਾ ਆ। ਅਗਰ ਹੁੰਦਾ ਤਾਂ ਫਿਰ ਤੁਸੀਂ ਮੈਨੂੰ ਵੀ ਦੱਸੋ ਕਿ ਤੁਸੀਂ ਕੀ ਕਰਦੇ ਆ, ਅਤੇ ਫਿਰ ਮੈਂ ਤੁਹਾਨੂੰ ਦੱਸਾਂਗੀ ਕਿ ਮੈਂ ਕੀ ਕਰਦੀ ਹਾਂ। ਅਤੇ ਅੱਜ ਮੈਂ ਜਿਹੜੀ ਤੁਹਾਡੇ ਲਈ ਰੈਸਪੀ ਲੈ ਕੇ ਆਈ ਹਾਂ, ਆਪਾਂ ਉਹਦੇ 'ਤੇ ਫੋਕਸ ਕਰਦੇ ਹਾਂ ਫਿਲਹਾਲ, ਬਾਕੀ ਗੱਲਾਂ ਬਾਅਦ 'ਚ ਕਰਾਂਗੇ। ਮੈਂ ਲੈ ਕੇ ਆਈ ਤੁਹਾਡੇ ਲਈ ਅਰੇਬੀਅਨ ਮੰਦੀ ਦੀ ਰੈਸਪੀ। ਇਹ ਡਿਸ਼ ਤਾਂ ਬਹੁਤ ਹੀ ਪੁਰਾਣੀ ਆ, ਪਰ ਕੋਈ ਗੱਲ ਨਹੀਂ, ਆਪਾਂ ਤਾਂ ਹੁਣੇ ਬਣਾ ਰਹੇ ਹਾਂ ਨਾ, ਆਪਣੀ ਤਾਂ ਨਵੀਂ ਆ। ਅਤੇ ਚਲੋ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਇਹਨੂੰ ਆਸਾਨ ਜਿਹੇ ਤਰੀਕੇ ਦੇ ਨਾਲ ਕਿੱਦਾਂ ਬਣਾਈਦਾ ਮੈਂ ਤੁਹਾਨੂੰ ਦੱਸਦੀ ਹਾਂ। ਇਹਦੇ 'ਚ ਚਿਕਨ ਨੂੰ ਸਟੀਮ ਕਰੀਦਾ, ਕੀ ਕੁਛ ਕਰਨਾ ਪੈਂਦਾ, ਅਤੇ ਦੇਖਣ ਨੂੰ ਲੱਗਦਾ ਬਹੁਤ ਔਖਾ ਕੰਮ ਆ ਕਿ ਇਹਨੂੰ ਰੋਸਟ ਕਿੱਦਾਂ ਬਣਾਉਣਾ ਇਹਦਾ, ਫਿਰ ਚਾਵਲ ਬਣਾਉਣੇ ਆ, ਅਤੇ ਇੰਨੀ ਗਰਮੀ ਦੇ ਵਿੱਚ ਇੰਨਾ ਕੰਮ ਨਹੀਂ ਹੋ ਸਕਦਾ। ਲੇਕਿਨ ਇੱਦਾਂ ਦਾ ਬਿਲਕੁਲ ਨਹੀਂ ਹੈ। ਮੈਂ ਤੁਹਾਨੂੰ ਇੱਕ ਬਹੁਤ ਹੀ ਆਸਾਨ ਜਿਹਾ ਤਰੀਕਾ ਦੱਸਦੀ ਹਾਂ ਜਿਹਦੇ ਨਾਲ ਤੁਸੀਂ ਇਹਨੂੰ ਬਣਾ ਸਕਦੇ ਆ। ਜੋ ਹੀ ਸ਼ਾਮ ਹੋਵੇ ਜਾਂ ਰਾਤ ਨੂੰ, ਜਿਸ ਵੇਲੇ ਮੌਸਮ ਥੋੜ੍ਹਾ ਕੂਲ ਹੋ ਜਾਂਦਾ, ਸੌਣ ਤੋਂ ਪਹਿਲਾਂ ਤੁਸੀਂ ਇੱਕ ਕੰਮ ਕਰੋ, ਚਿਕਨ ਮੰਗਾ ਕੇ ਰੱਖ ਲਓ, ਅਤੇ ਉਹਨੂੰ ਆਪਾਂ ਮੈਰੀਨੇਟ ਕਰ ਦਾਂਗੇ ਰਾਤ ਨੂੰ। ਠੀਕ ਆ, ਇੱਦਾਂ ਤੁਹਾਡੀ ਐਫਰਟ ਜਿਹੜੀ ਤੁਹਾਡੀ ਮਿਹਨਤ ਆ ਉਹ ਥੋੜ੍ਹੀ ਡਿਵਾਈਡ ਹੋ ਜਾਊਗੀ। ਇੱਥੇ ਮੈਂ ਚਿਕਨ ਨੂੰ ਧੋਣ ਲਈ, ਇਹਨੂੰ ਸਾਫ਼ ਕਰਨ ਲਈ 1 ਚਮਚ ਨਮਕ ਲਿਆ, ਅਤੇ ਇਹਦੇ ਸਿਰਕਾ ਪਾ ਕੇ, ਅਤੇ ਇਹਦੇ ਵਿੱਚ 2 ਗਲਾਸ ਪਾਣੀ ਪਾ ਕੇ ਆਪਾਂ ਇਹਦੇ 'ਚ ਡਿਪ ਕਰਕੇ ਰੱਖ ਦਾਂਗੇ। ਇਹਦੇ ਨਾਲ ਕੀ ਹੋਊਗਾ, ਜਿਹੜਾ ਚਿਕਨ ਦਾ ਐਕਸਟਰਾ ਖੂਨ, ਐਕਸਟਰਾ ਜੋ ਵੀ ਮੈਲ ਕਚੈਲਾ ਜੋ ਵੀ, ਉਹ ਸਾਰਾ ਕੁਛ ਨਿਕਲ ਕੇ ਚਿਕਨ ਬਿਲਕੁਲ ਕਲੀਨ ਸਾਫ਼ ਸੁਥਰਾ ਹੋ ਜਾਂਦਾ। ਅਤੇ ਇਹਨੂੰ ਮੈਂ ਤਕਰੀਬਨ 1 ਘੰਟੇ ਲਈ ਡਿਪ ਕਰਕੇ ਰੱਖ ਦੂੰਗੀ। ਹੁਣ ਮੈਂ ਇੱਥੇ ਲਿਆ ਮਸਾਲੇ। ਸਾਰਿਆਂ ਤੋਂ ਪਹਿਲਾਂ ਲਿਆ ਮੈਂ ਇੱਥੇ ਸੁੱਕਾ ਧਨੀਆ 1 ਚਮਚ, ਜ਼ੀਰਾ 1 ਚਮਚ, ਸੌਂਫ ਅੱਧਾ ਚਮਚ, ਅਤੇ ਇਹਦੇ 'ਚ ਕੁਛ ਦਾਲਚੀਨੀ ਅਤੇ ਛੋਟੀ ਇਲਾਇਚੀ, ਇਹ ਚੀਜ਼ਾਂ ਲੈ ਲੈਣੀਆਂ। ਅਤੇ ਅੱਧਾ ਚਮਚ ਮੈਂ ਅਜਵਾਇਣ ਲਈ ਆ, ਅਤੇ ਤਕਰੀਬਨ ਤੁਸੀਂ 1 ਚਮਚ ਕਾਲੀ ਮਿਰਚ ਲੈ ਲਓ। ਹੁਣ ਸਪਾਈਸਿਸ ਤੁਸੀਂ ਆਪਣੇ ਹਿਸਾਬ ਨਾਲ ਐਡ ਕਰ ਸਕਦੇ ਆ। ਇੱਥੇ ਮੈਂ ਚਿਲੀ ਫਲੇਕਸ ਲਈਆਂ, ਮੈਂ ਤਕਰੀਬਨ ਇੱਥੇ 1 ਚਮਚ ਹੀ ਲੈ ਲਿਆ, ਅਤੇ ਨਾਲ ਆਪਾਂ 1 ਚਮਚ ਨਮਕ ਦਾ ਐਡ ਕਰਾਂਗੇ। ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਮਿਕਸੀ ਦੇ ਵਿੱਚ ਗ੍ਰਾਇੰਡ ਕਰ ਲਾਂਗੇ। ਤੁਸੀਂ ਬਹੁਤ ਬਰੀਕ ਇਹਨੂੰ ਗ੍ਰਾਇੰਡ ਨਹੀਂ ਕਰਨਾ, ਤੁਸੀਂ ਇਹਨੂੰ ਗ੍ਰਾਇੰਡ ਕਰਨਾ ਮੋਟਾ ਮੋਟਾ ਹੀ, ਥੋੜ੍ਹਾ ਦਰਦਰਾ ਜਿਹਾ। ਅਤੇ ਹੁਣ ਜਿੱਦਾਂ ਕਿ ਮੇਰੇ ਕੋਲ ਇੱਥੇ 6 ਪੀਸਿਸ ਆ, ਅਤੇ ਮੈਂ ਉਹਦੇ ਹਿਸਾਬ ਨਾਲ ਅੱਧੀ ਪਿਆਲੀ ਦਹੀਂ ਦੀ ਲਈ ਆ। ਤੁਸੀਂ ਜ਼ਿਆਦਾ ਪੀਸਿਸ ਬਣਾ ਰਹੇ ਆ ਤਾਂ ਜ਼ਿਆਦਾ ਲੈ ਸਕਦੇ ਆ, ਇਹਦੇ ਤੋਂ ਘੱਟ ਬਣਾ ਰਹੇ ਤਾਂ ਘੱਟ ਲੈ ਸਕਦੇ ਆ। ਆਪਾਂ ਇਹ ਸਾਰੇ ਮਸਾਲੇ ਜਿਹੜੇ ਆਪਾਂ ਗ੍ਰਾਇੰਡ ਕੀਤੇ ਸੀ, ਆਪਾਂ ਇਹਦੇ 'ਚ ਐਡ ਕਰਕੇ, ਅਤੇ ਇਹਨੂੰ ਆਪਾਂ ਇੱਕ ਪੇਸਟ ਬਣਾ ਲਾਂਗੇ। ਤਾਂ ਅਸੀਂ ਜਿਹੜੇ ਬੇਸਿਕ ਮਸਾਲੇ ਸਾਰੇ ਹੀ ਐਡ ਕਰਦੇ ਹਾਂ, ਲੇਕਿਨ ਇਹ ਤੋਂ ਅੱਗੇ ਦੀ ਚੀਜ਼ ਥੋੜ੍ਹੀ ਜਿਹੀ ਉਹ ਕੀ ਹੈ, ਇਹਦੇ ਵਿੱਚ ਆਪਾਂ ਲੀਮੂ ਐਡ ਕਰਾਂਗੇ। ਲੀਮੂ ਦੇ ਨਾਲ ਜਿਹੜਾ ਆਪਾਂ ਚਿਕਨ ਰੋਸਟ ਕਰਾਂਗੇ ਨਾ, ਉਹਦਾ ਜਿਹੜਾ ਟੇਸਟ ਆ ਉਹ ਇਨਕਰੀਜ਼ ਹੋਊਗਾ, ਅਤੇ ਉਹ ਜੂਸੀ ਬਣੂਗਾ। ਇਹ ਤੋਂ ਇਲਾਵਾ ਆਪਾਂ ਇਹਦੇ ਵਿੱਚ ਐਡ ਕਰਾਂਗੇ ਚਿੱਲੀ ਸੌਸ, ਸੋਇਆ ਸੌਸ ਅਤੇ ਸਿਰਕਾ। ਇਹ ਮੇਰੀ ਮਰਜ਼ੀ ਆ, ਮੈਂ ਆਪ ਐਡ ਕਰਦੀ ਹਾਂ। ਮੈਨੂੰ ਇਹਦਾ ਫਲੇਵਰ ਹਰ ਰੋਸਟ ਦੇ ਵਿੱਚ ਬਹੁਤ ਹੀ ਮਜ਼ੇਦਾਰ ਲੱਗਦਾ। ਤੁਸੀਂ ਵੀ ਇਹਨੂੰ ਐਡ ਕਰਕੇ ਦੇਖਿਓ, ਬਹੁਤ ਹੀ ਮਜ਼ੇਦਾਰ ਬਣਦਾ। ਅਤੇ ਇਹਦੇ ਵਿੱਚ ਮੈਂ ਪਾਇਆ ਤਿੱਕਾ ਮਸਾਲਾ, ਤਕਰੀਬਨ 2 ਚਮਚ। ਮੈਂ ਤੁਹਾਨੂੰ ਅੱਗੇ ਵੀ ਦੱਸਿਆ, ਤੁਸੀਂ ਆਪਣੇ ਸਪਾਈਸਿਸ ਆਪਣੇ ਹਿਸਾਬ ਨਾਲ ਐਡ ਕਰ ਸਕਦੇ ਆ। ਅਗਰ ਤੁਹਾਨੂੰ ਥੋੜ੍ਹਾ ਸਪਾਈਸੀ ਚਾਹੀਦਾ ਤੁਸੀਂ 1 ਚਮਚ ਐਡ ਕਰੋ, ਮੈਂ 2 ਚਮਚ ਐਡ ਕਰ ਲਿਆ। ਅਤੇ ਇਹਦੇ ਵਿੱਚ ਜਿਹੜਾ ਰੋਸਟ ਆ ਉਹਦੀ ਲੁੱਕ ਨੂੰ ਇਨਕਰੀਜ਼ ਕਰਨ ਲਈ ਮੈਂ ਇਹਦੇ ਵਿੱਚ ਥੋੜ੍ਹਾ ਜਿਹਾ ਫੂਡ ਕਲਰ ਐਡ ਕੀਤਾ। ਇਹ ਆਪਸ਼ਨਲ ਆ, ਤੁਸੀਂ ਐਡ ਕਰ ਸਕਦੇ ਆ। ਐਡ ਕਰਨ ਨਾਲ ਕੀ ਹੁੰਦਾ, ਇਹਦੀ ਲੁੱਕ ਜ਼ਰਾ ਸੋਹਣੀ ਹੋ ਜਾਂਦੀ। ਵੈਸੇ ਵੀ ਬਹੁਤ ਸੋਹਣੀ ਹੁੰਦੀ, ਜਿਸ ਵੇਲੇ ਗੋਸ਼ਤ ਤੁਹਾਡੇ ਸਾਹਮਣੇ ਹੋਵੇ ਨਾ, ਤੁਹਾਡੇ ਕੋਲ ਰੁਕਿਆ ਨਹੀਂ ਜਾਂਦਾ। ਤੁਸੀਂ ਬਸ ਕਹਿੰਦੇ ਕਿ ਲਿਆਓ ਫਟਾਫਟ ਖਾਣ ਨੂੰ ਦਿਓ। ਅੱਜ ਕੱਲ੍ਹ ਤਾਂ ਵੈਸੇ ਇੱਦਾਂ ਹੀ ਹੋ ਰਿਹਾ, ਇੰਨੀ ਗਰਮੀ ਆ, ਜੋ ਵੀ ਆ ਗਿਆ ਖਾ ਲਓ।
लेकिन फिर भी दिल तो यही करता ना कि मज़े मज़े दियां चीज़ां बनाइए ते खाइए। ਇੱਥੇ ਹੁਣ ਜਿਹੜਾ ਚਿਕਨ ਆ ਉਹਨੂੰ ਮੈਂ ਧੋ ਲਿਆ, ਦੇਖੋ ਤੁਸੀਂ ਕਿੰਨਾ ਨੀਟ ਕਲੀਨ ਹੋ ਗਿਆ। ਤੇ ਇਹਦੇ ਮੈਂ ਹੁਣ ਕੱਟ ਲਾ ਰਹੇ ਆ। ਕੱਟ ਤੁਸੀਂ ਡੀਪ ਲਾਉਣੇ ਆ ਤਾਂ ਕਿ ਜਿਹੜਾ ਮਸਾਲਾ ਆਪਾਂ ਜਿਸ ਲਈ ਮੈਰੀਨੇਟ ਕਰਕੇ ਰੱਖੀਏ ਤੇ ਮਸਾਲਾ ਇਹਦੇ ਵਿੱਚ ਅੰਦਰ ਤੱਕ ਜਜ਼ਬ ਹੋ ਜਾਵੇ। ਕਿਉਂਕਿ ਅਕਸਰ ਇੱਦਾਂ ਹੁੰਦਾ ਜਿਹੜਾ ਆਪਾਂ ਰੋਸਟ ਬਣਾਉਂਦੇ ਹਾਂ, ਜਿਹੜਾ ਸਟੀਮ ਕਰਦੇ ਹਾਂ, ਉਹਦੇ ਵਿੱਚ ਅੰਦਰ ਤੱਕ ਮਸਾਲਾ ਉਹ ਜਿਹੜਾ ਉਹ ਨਹੀਂ ਹੁੰਦਾ ਤੇ ਉਹ ਵਿੱਚੋਂ ਫਿੱਕਾ ਫਿੱਕਾ ਲੱਗਦਾ। ਤੇ ਇਸ ਕੰਮ ਤੋਂ ਬਚਣ ਲਈ ਤੁਸੀਂ ਇਹਨੂੰ ਅੱਛੀ ਤਰ੍ਹਾਂ ਕੱਟ ਲਾ ਕੇ ਤੇ ਫਿਰ ਮਸਾਲਾ ਹਰ ਕੱਟ ਦੇ ਵਿੱਚ ਭਰ ਦਿਓ। ਆਪਾਂ ਸਾਰੇ ਪੀਸਿਸ ਨੂੰ ਇੱਦਾਂ ਹੀ ਕਰਕੇ ਮਸਾਲਾ ਇਹਦੇ 'ਤੇ ਲਾ ਲਵਾਂਗੇ ਤੇ ਫਿਰ ਇਹਨੂੰ ਪੂਰੀ ਰਾਤ ਲਈ ਆਪਾਂ ਰੱਖ ਦੇਣਾ। ਪੂਰੀ ਰਾਤ ਰੱਖਣ ਨਾਲ ਕੀ ਹੋਊਗਾ, ਮਸਾਲਾ ਅੱਛੀ ਤਰ੍ਹਾਂ ਇਹਦੇ ਵਿੱਚ ਜਜ਼ਬ ਹੋ ਜਾਊਗਾ। ਤੁਸੀਂ ਪੂਰੀ ਰਾਤ ਵੀ ਰੱਖ ਸਕਦੇ ਆ, ਪੂਰਾ ਦਿਨ ਵੀ ਰੱਖ ਸਕਦੇ ਆ, ਤੇ ਤੁਸੀਂ 2 ਦਿਨ ਵੀ ਇਹਨੂੰ ਫਰਿੱਜ 'ਚ ਰੱਖ ਸਕਦੇ ਆ। ਆ ਲਓ ਜੀ, ਮੈਨੂੰ ਨਾ ਲਸਣ ਅਦਰਕ ਤੇ ਸਬਜ਼ ਮਿਰਚ ਦਾ ਪੇਸਟ ਪਾਉਣਾ ਨਾ ਵਿੱਚ ਭੁੱਲ ਗਿਆ ਸੀ ਤੇ ਤੁਸੀਂ ਹੁਣ ਜਿਹੜਾ ਨਾ ਇਹਨੂੰ ਉੱਤੋਂ ਦੀ ਲਾ ਦਿਓ। ਖੈਰ ਆ ਕੋਈ ਨਹੀਂ, ਇਹਦੇ ਵਿੱਚ ਜਜ਼ਬ ਹੀ ਹੋਈ ਜਾਣਾ। ਉਹ ਜਿਸਲੇ ਪੂਰੀ ਰਾਤ ਰੱਖਾਂਗੇ ਨਾ ਤੇ ਇਹਦੇ ਵਿੱਚ ਜਜ਼ਬ ਹੋ ਜਾਊਗਾ। ਮੈਨੂੰ ਨਾ ਅਕਸਰ ਹੀ ਭੁੱਲ ਜਾਂਦਾ, ਪਤਾ ਨਹੀਂ ਕੀ ਹੁੰਦਾ, ਮੈਂ ਸਾਰਾ ਮਤਲਬ ਮਿਕਸਚਰ ਤਿਆਰ ਕਰ ਲੈਂਦੀ ਹਾਂ ਪਰ ਮੈਨੂੰ ਲਸਣ ਅਦਰਕ ਤੇ ਸਬਜ਼ ਮਿਰਚ ਦਾ ਪੇਸਟ ਭੁੱਲ ਹੀ ਜਾਂਦਾ ਕਿ ਮੈਂ 1 ਚਮਚ ਉਹ ਵੀ ਪਾ ਲਾਂ। ਕੀ ਤੁਹਾਡੇ ਨਾਲ ਵੀ ਕਦੀ ਇੱਦਾਂ ਹੋਇਆ? ਤੇ ਜੇ ਹੋ ਜਾਵੇ ਤੇ ਫਿਰ ਤੁਸੀਂ ਕੀ ਜੁਗਾੜ ਲਾਉਂਦੇ ਆ? ਮੈਂ ਤਾਂ ਉੱਤੋਂ ਦੀ ਲਾਤਾ, ਕਿਹੜਾ ਪਤਾ ਲੱਗਣਾ, ਜਿਸਲੇ ਪੱਕਣਾ ਤੇ ਸਾਰਾ ਕੁਛ ਮਿਕਸ ਹੋ ਹੀ ਜਾਣਾ ਨਾ। ਇਹਨੂੰ ਮੈਂ ਪੂਰੀ ਰਾਤ ਜਿਹੜਾ ਰੱਖਤਾ। ਹੁਣ ਅਗਲੇ ਦਿਨ ਪੂਰੀ ਰਾਤ ਕੀ, ਮੇਰੇ ਤਾਂ ਪੂਰਾ ਦਿਨ ਹੀ ਹੋ ਗਿਆ, ਪੂਰੀ ਰਾਤ ਵੀ ਤੇ ਉੱਤੋਂ ਅਗਲਾ ਦਿਨ ਵੀ। ਤੇ ਹੁਣ ਮੈਂ ਸ਼ਾਮ ਨੂੰ ਇਹਨੂੰ ਕੱਢ ਕੇ ਤੇ ਬਣਾ ਲੂੰਗੀ। ਇੱਥੇ ਇਹਦਾ ਜਿਹੜਾ ਰੋਸਟ ਬਣਾਉਣਾ ਉਹ ਬਹੁਤ ਹੀ ਆਸਾਨ ਤਰੀਕਾ ਆ। ਤੁਸੀਂ ਕੁਛ ਇਹਨੂੰ ਡੀਪ ਫਰਾਈ ਨਹੀਂ ਕਰਨਾ, ਕੁਛ ਸਟੀਮ ਨਹੀਂ ਦੇਣਾ। ਬਸ 2 ਚਮਚ ਆਇਲ ਦੇ ਤੁਸੀਂ ਕਿਸੇ ਕੜਾਈ, ਕਿਸੇ ਫਰਾਈ ਪੈਨ 'ਚ ਪਾਓ ਤੇ ਉਹਨੂੰ ਜਿਹੜਾ ਨਾ ਆਹਿਸਤਾ ਜੀ ਅੱਗ 'ਤੇ ਪੱਕਣ ਲਈ ਰੱਖ ਦਿਓ। ਆ ਜਿਹੜਾ ਐਕਸਟਰਾ ਇਹਦਾ ਦਹੀਂ ਵਗੈਰਾ ਸੀ ਉਹ ਵੀ ਮੈਂ ਇਹਨੂੰ ਇਹਦੇ ਵਿੱਚ ਹੀ ਐਡ ਕਰ ਦੂੰਗੀ। ਇਸੇ ਹੀ ਪਾਣੀ ਦੇ ਵਿੱਚ ਚਿਕਨ ਪੱਕੂਗਾ। ਇਸ ਚਿਕਨ ਦੀ ਜਾਂ ਇਹ ਰੋਸਟ ਬਣਨ ਦੀ ਕੀ ਨਿਸ਼ਾਨੀ ਆ ਕਿ ਆ ਤੁਸੀਂ ਇਹਨੂੰ ਰੱਖਣਾ ਬਹੁਤ ਹੀ ਲੋ ਫਲੇਮ 'ਤੇ ਰੱਖਣਾ ਤੇ ਜਿਸ ਲਈ ਇਹਦਾ ਆਪਣਾ ਪਾਣੀ ਨਿਕਲ ਕੇ ਇਹਦੇ ਵਿੱਚ ਹੀ ਜਜ਼ਬ ਹੋ ਜਾਏ, ਡਰਾਈ ਹੋ ਜਾਏ, ਤਾਂ ਇਹਦਾ ਮਤਲਬ ਆ ਤੁਹਾਡਾ ਰੋਸਟ ਬਿਲਕੁਲ ਤਿਆਰ ਆ। ਬਸ ਤੁਸੀਂ ਇਹਨੂੰ ਆਹਿਸਤਾ ਆਹਿਸਤਾ ਪੱਕਣ ਲਈ ਰੱਖ ਦੇਣਾ। ਇਹਦੇ 'ਤੇ ਤੁਹਾਨੂੰ ਲੱਗਣਗੇ ਤਕਰੀਬਨ 5 ਮਿੰਟ ਇੱਕ ਸਾਈਡ 'ਤੇ, 5 ਮਿੰਟ ਦੂਸਰੇ ਸਾਈਡ 'ਤੇ, ਜਾਂ ਮੈਕਸੀਮਮ ਇਹਦੇ 'ਤੇ ਤੁਹਾਡੇ 15 ਮਿੰਟ ਲੱਗਣਗੇ ਰੋਸਟ ਬਣਨ 'ਤੇ। ਠੀਕ ਹੈ, ਤੁਸੀਂ ਬਸ ਫਲੇਮ ਲੋ ਰੱਖਣੀ। ਅਗਰ ਤੇਜ਼ ਕਰੋਗੇ ਤਾਂ ਫਿਰ ਤੁਹਾਡਾ ਚਿਕਨ ਅੰਦਰ ਤੱਕ ਜੂਸੀ ਨਹੀਂ ਬਣੂਗਾ, ਅੰਦਰ ਤੱਕ ਪੱਕੂਗਾ ਨਹੀਂ। ਤੇ ਤੁਸੀਂ ਆਹਿਸਤਾ ਅੱਗ 'ਤੇ ਇਹਨੂੰ ਰੱਖ ਕੇ ਬਣਾ ਦੇਣਾ। ਇਹਦੇ 'ਚ ਤੁਹਾਨੂੰ ਕੀ ਆ, ਤੁਸੀਂ ਬਸ ਰੱਖ ਕੇ ਚੱਲ ਜਾਓ, 5 ਮਿੰਟ ਆ ਕੇ ਸਾਈਡ ਚੇਂਜ ਕਰੋ, 5 ਮਿੰਟ ਬਾਅਦ ਦੂਸਰੀ ਸਾਈਡ ਚੇਂਜ ਕਰੋ। ਇਹ ਲਓ ਜੀ, ਆਪਣਾ ਰੋਸਟ ਤਿਆਰ ਹੋ ਜਾਣਾ। ਕੋਈ ਲੱਗਿਆ ਔਖਾ ਕੰਮ ਕਿ ਪਹਿਲਾਂ ਡੀਪ ਫਰਾਈ ਕਰ ਲਓ, ਫਿਰ ਜਿਹੜਾ ਨਾ ਉਹਨੂੰ ਮੈਰੀਨੇਟ ਕਰ ਦਿਓ, ਫਿਰ ਪਤੀਲਾ ਲਓ, ਫਿਰ ਪਾਣੀ ਪਾਓ, ਫਿਰ ਸਟੀਮ ਕਰੋ। ਇੰਨੇ ਔਖੇ ਕੰਮ ਇੰਨੀ ਗਰਮੀ 'ਚ ਮੇਰੇ ਖਿਆਲ 'ਚ ਨਹੀਂ ਹੁੰਦੇ। ਤੁਸੀਂ ਮੇਰੇ ਵਾਲਾ ਮੈਥਡ ਜ਼ਰਾ ਟਰਾਈ ਕਰਕੇ ਦੇਖੋ। ਇਹਦੇ ਨਾਲ ਬਣਦਾ ਵੀ ਬਹੁਤ ਮਜ਼ੇ ਦਾ ਤੇ ਬਣ ਵੀ ਬਹੁਤ ਜਲਦੀ ਜਾਂਦਾ। ਤੇ ਇਹਦੇ ਤੋਂ ਬਾਅਦ ਅਗਰ ਤੁਸੀਂ ਇਹਨੂੰ ਸਮੋਕੀ ਫਲੇਵਰ ਦੇਣਾ ਚਾਹੁੰਦੇ ਆ ਤੇ ਜਾਂ ਤੁਸੀਂ ਇਹਨੂੰ ਇੱਦਾਂ ਜਿੱਦਾਂ ਮੈਂ ਚੁੱਲ੍ਹੇ ਦੇ ਉੱਤੇ ਰੋਸਟ ਕਰ ਰਹੀ ਹਾਂ ਇੱਦਾਂ ਤੁਸੀਂ ਵੀ ਕਰ ਸਕਦੇ ਆ, ਤੇ ਜਾਂ ਫਿਰ ਤੁਸੀਂ ਕੋਇਲੇ ਦਾ ਧੂੰਆਂ ਇਹਦੇ 'ਚ ਦੇ ਸਕਦੇ ਆ। ਵੈਸੇ ਪਹਿਲੇ ਦਿਨਾਂ 'ਚ ਪਤਾ ਕੀ ਹੁੰਦਾ ਸੀ, ਜਦੋਂ ਲੋਕ ਲੱਕੜੀਆਂ ਤੇ ਸਾਲਨ ਬਣਾਉਂਦੇ ਸੀ ਨਾ, ਖਾਣਾ ਖੁਣਾ ਬਣਾਉਂਦੇ ਸੀ, ਤੇ ਉਦੋਂ ਹੁੰਦਾ ਸੀ ਕਿ ਅਗਰ ਧੂੰਆਂ ਫਿਰ ਜਾਣਾ ਨਾ ਕਿਸੇ ਚੀਜ਼ ਦੇ ਵਿੱਚ, ਕਹਿਣਾ ਇਹ ਤਾਂ ਚੀਜ਼ ਬਿਲਕੁਲ ਸਹੀ ਨਹੀਂ ਬਣੀ, ਇਹਦੇ 'ਚ ਧੂੰਆਂ ਫਿਰ ਕੇ ਧੂੰਏ ਦੀ ਸਮੈਲ ਆਉਂਦੀ ਹੈ। ਪਰ ਅੱਜ ਕੱਲ੍ਹ ਕਹਿੰਦੇ ਕਿ ਧੂੰਆਂ ਫੇਰ ਦਿਓ, ਆਪ ਧੂੰਆਂ ਫੇਰ ਦਿਓ, ਇਹ ਤਾਂ ਸਮੋਕੀ ਫਲੇਵਰ ਹੈ, ਤਾਂ ਤਿੱਕਾ ਫਲੇਵਰ ਬਣ ਜਾਂਦਾ। ਅੱਜ ਕੱਲ੍ਹ ਬਹੁਤ ਪਸੰਦ ਕੀਤਾ ਜਾਂਦਾ। ਚਲੋ ਕੋਈ ਨਹੀਂ, ਟਾਈਮ ਦੀ ਗੱਲ ਹੁੰਦੀ ਹੈ। ਜਿੱਦਾਂ ਜੋ ਚੀਜ਼ ਜਿੱਦਾਂ ਜਿਹਨੂੰ ਚੰਗੀ ਲੱਗਦੀ ਹੈ ਉਹ ਕੰਮ ਕਰੋ। ਜੋ ਚੀਜ਼ ਤੁਹਾਡੇ ਦਿਲ ਨੂੰ ਚੰਗੀ ਲੱਗਦੀ ਹੈ ਨਾ ਉਹ ਕਰੋ। ਤੇ ਹੁਣ ਮੈਂ ਇਹਦੇ ਲਈ ਮੰਦੀ ਲਈ ਰਾਈਸ ਬਣਾਉਣ ਲਈ ਮੈਂ ਡਰਾਈ ਫਰੂਟ ਲਏ ਸੀ, ਉਹਨੂੰ ਮੈਂ ਰੋਸਟ ਕਰ ਲਿਆ। ਇਹ ਤੋਂ ਬਾਅਦ 'ਚ ਆਪਾਂ ਸਿੰਪਲ ਜਿਹੇ ਇਹਦੇ ਜਿਹੜੇ ਨਾ ਉਹ ਬਣਾਵਾਂਗੇ, ਰਾਈਸ ਬਣਾਵਾਂਗੇ। ਕੋਈ ਐਕਸਟਰਾ ਮਸਾਲੇ ਸਪਾਈਸਿਸ ਕੁਛ ਵੀ ਤੁਸੀਂ ਐਡ ਨਹੀਂ ਕਰਨਾ, ਕਿਉਂਕਿ ਆਪਾਂ ਆਲਰੇਡੀ ਇਹਦੇ ਲਈ ਜਿਹੜਾ ਚਿਕਨ ਇਹ ਜਿਹੜਾ ਰੋਸਟ ਬਣਾਇਆ ਨਾ ਉਹ ਸਪਾਈਸੀ ਬਣਾ ਚੁੱਕੇ ਹਾਂ, ਉਹੀ ਕਾਫੀ ਆ ਇਹ ਰਾਈਸ ਖਾਣ ਲਈ। ਇਸ ਲਈ ਮੈਂ ਸਿਰਫ ਇੱਥੇ ਪਿਆਜ਼ ਲਿਆ ਤੇ ਥੋੜ੍ਹੇ ਜਿਹੇ ਇਹਦੇ ਚਿਲੀ ਫਲੇਕਸ ਐਡ ਕੀਤੇ, ਨਮਕ ਐਡ ਕਰੋ। ਉਸ ਤੋਂ ਬਾਅਦ 'ਚ ਜਿਹੜਾ ਲਸਣ ਆ ਤੇ ਸਬਜ਼ ਮਿਰਚ ਮੈਂ ਉਹਨੂੰ ਇਹਦੇ ਵਿੱਚ ਐਡ ਕਰਕੇ ਤੇ ਇਹਨੂੰ ਥੋੜ੍ਹਾ ਜਿਹਾ ਭੁੰਨ ਲਵਾਂਗੀ। ਇੱਦਾਂ ਦੇ ਆਪਾਂ ਸਿੰਪਲ ਜਿਹੇ ਰਾਈਸ ਬਣਾਵਾਂਗੇ। ਇਹ
ਜਿਹੜੇ ਆ ਨਾ ਇਸ ਰੋਸਟਡ ਚਿਕਨ ਦੇ ਨਾਲ ਬਹੁਤ ਹੀ ਮਜ਼ੇਦਾਰ ਲੱਗਦੇ ਆ। ਦਿਸ ਇਜ਼ ਕਾਲਡ ਮੰਦੀ। ਇਹਨੂੰ ਹੀ ਮੰਦੀ ਕਹਿੰਦੇ ਆ, ਮੰਦੀ ਰਾਈਸ। ਇਹਦੇ 'ਚ ਕੋਈ ਦੂਸਰੇ ਐਕਸਟਰਾ ਸਪਾਈਸਿਸ ਨਹੀਂ ਹੁੰਦੇ। ਇੱਦਾਂ ਦੇ ਹੀ ਮਜ਼ੇਦਾਰ ਜਿਹੇ ਚਾਵਲ ਤੁਸੀਂ ਵੀ ਬਣਾਇਓ ਅਤੇ ਫਿਰ ਮੈਨੂੰ ਦੱਸਿਓ ਕਿ ਤੁਹਾਨੂੰ ਇਹ ਪਸੰਦ ਆਏ ਜਾਂ ਨਹੀਂ ਆਏ। ਵੈਸੇ ਵੀ ਕੁਛ ਲੋਕਾਂ ਨੂੰ ਚਾਵਲ ਇੰਨੇ ਪਸੰਦ ਹੁੰਦੇ ਨਾ, ਇੰਨੇ ਪਸੰਦ ਹੁੰਦੇ ਆ ਨਾ ਕਿ ਉਹਨਾਂ ਨੂੰ ਸੁਬਹ ਚਾਵਲ ਦੇ ਦਿਓ ਅਤੇ ਸ਼ਾਮ ਨੂੰ ਕਹਿੰਦੇ ਸਾਡੇ ਚਾਵਲ ਕਿੱਧਰ ਗਏ, ਖ਼ਤਮ ਕਿਉਂ ਹੋ ਗਏ। ਸ਼ਾਮ ਨੂੰ ਚਾਵਲ ਦੇ ਦਿਓ ਤਾਂ ਸੁਬਹ ਫਿਰ ਲੜਾਈ ਹੁੰਦੀ ਕਿ ਚਾਵਲ ਕਿੱਧਰ ਗਏ ਆ। ਭਾਵੇਂ ਉਹਨਾਂ ਨੂੰ ਪੂਰਾ ਮਹੀਨਾ ਚਾਵਲ ਦਿੱਤੀ ਜਾਓ ਨਾ ਅਤੇ ਫਿਰ ਵੀ ਉਹਨਾਂ ਦਾ ਦਿਲ ਕਰਦਾ ਹੋਰ ਚਾਵਲ ਲਿਆਓ, ਹੋਰ ਚਾਵਲ ਲਿਆਓ। ਬਿਲਕੁਲ ਇੱਦਾਂ ਦੇ ਲੋਕ ਬਿਲਕੁਲ ਹੁੰਦੇ ਆ। ਕਿਆ ਤੁਸੀਂ ਵੀ ਇੱਦਾਂ ਦੇ ਹੀ ਲੋਕ ਹੋ ਜਾਂ ਤੁਸੀਂ ਆਪਣੇ ਆਸ-ਪਾਸ ਇੱਦਾਂ ਦੇ ਕੋਈ ਲੋਕ ਦੇਖਿਆ ਤਾਂ ਮੈਨੂੰ ਦੱਸੋ ਕਿ ਕਿਹਨੂੰ ਇੰਨੇ ਜ਼ਿਆਦਾ ਚਾਵਲ ਪਸੰਦ ਆ, ਜਿਹਨੂੰ ਸੁਬਹ ਸ਼ਾਮ ਸਿਰਫ ਚਾਵਲ ਹੀ ਚਾਹੀਦੇ ਆ। ਅਗਰ ਕੋਈ ਹੈ ਤਾਂ ਮੈਨੂੰ ਕਮੈਂਟ ਕਰਕੇ ਦੱਸੋ। ਹਲੋ ਜੀ, ਆਪਣੇ ਚਾਵਲ ਵੀ ਤਕਰੀਬਨ ਤਿਆਰ ਹੋ ਗਏ ਆ ਅਤੇ ਹੁਣ ਆਪਾਂ ਇਹਦੇ ਉੱਤੇ ਥੋੜ੍ਹਾ ਜਿਹਾ ਸਬਜ਼ ਧਨੀਆ ਅਤੇ ਪੁਦੀਨਾ ਐਡ ਕਰਾਂਗੇ। ਉਹਦੇ ਤੋਂ ਬਾਅਦ 'ਚ ਜਿਹੜੇ ਆਪਾਂ ਰੋਸਟ ਬਣਾਏ ਸੀ ਉਹ ਵੀ ਇਹਦੇ ਉੱਤੇ ਹੀ ਰੱਖ ਦਾਂਗੇ। ਵੈਸੇ ਤਾਂ ਉਹ ਫੁੱਲੀ ਤਿਆਰ ਹੈਗੇ ਆ, ਲੇਕਿਨ ਫਿਰ ਵੀ ਉਹ ਥੋੜ੍ਹੇ ਹੋਰ ਉਹਦੇ ਵਿੱਚ ਜਿਹੜਾ ਨਾ ਚਾਵਲਾਂ ਦਾ ਫਲੇਵਰ ਹੀ ਵੀ ਐਡ ਹੋ ਜਾਏ ਅਤੇ ਉਹਨੂੰ ਆਪਾਂ ਇਹ ਚਾਵਲਾਂ ਦੇ ਦਮ ਦੇ ਨਾਲ ਹੀ ਦਮ ਦੇ ਦਾਂਗੇ। ਕੁਛ ਜਿਹੜੇ ਆ ਉਹ ਰੋਸਟ ਕੀਤੇ ਹੋਏ ਮੈਂ ਇਹਦੇ 'ਤੇ ਡਰਾਈ ਫਰੂਟ ਜਿਹੜੇ ਸੀ ਕਾਜੂ, ਬਦਾਮ, ਪਿਸਤੇ ਅਤੇ ਕਿਸ਼ਮਿਸ਼ ਲਈ ਸੀ ਉਹ ਮੈਂ ਉੱਤੇ ਪਾ ਦਿੱਤੀ ਆ। ਇਸ ਤੋਂ ਬਾਅਦ ਜਿੰਨੀ ਦੇਰ ਤੱਕ ਆਪਣੇ ਚਾਵਲਾਂ ਦਾ ਦਮ ਆਉਂਦਾ ਉਨੀ ਦੇਰ ਤੱਕ ਆਪਾਂ ਚਟਨੀ ਬਣਾ ਲੈਂਦੇ ਹਾਂ, ਕਿਉਂਕਿ ਸਾਰੇ ਕੰਮ ਨਾਲ ਕਰ ਲਓ ਤਾਂ ਬਹੁਤ ਆਸਾਨੀ ਹੁੰਦੀ ਆ। ਮੰਦੀ ਲਈ ਜਿਹੜੀ ਆਪਾਂ ਚਟਨੀ ਬਣਾਉਂਦੇ ਹਾਂ ਉਹ ਥੋੜ੍ਹੀ ਜਿਹੀ ਸਿੰਪਲ ਰਾਇਤੇ ਦੇ ਨਾਲੋਂ ਡਿਫਰੈਂਟ ਹੁੰਦੀ ਹੈ। ਇਹਦੇ ਵਿੱਚ ਮੈਂ ਸਬਜ਼ ਮਿਰਚ, ਸਬਜ਼ ਧਨੀਆ, ਸਬਜ਼ ਪੁਦੀਨਾ, ਥੋੜ੍ਹੀ ਜਿਹੀ ਜਿਹੜੀ ਹੈ ਨਾ ਕਾਲੀ ਮਿਰਚ, ਜ਼ੀਰਾ ਅਤੇ ਨਮਕ ਪਾ ਕੇ ਸਿੰਪਲ ਰਾਇਤਾ ਬਣਾ ਲਿਆ। ਹੁਣ ਇਹਦਾ ਜਿਹੜਾ ਮੇਨ ਚੀਜ਼ ਆ ਨਾ ਇਸ ਰਾਇਤੇ ਦੀ, ਮੰਦੀ ਵਾਲੇ ਰਾਇਤੇ ਦੀ, ਉਹਦੇ 'ਚ ਥੋੜ੍ਹਾ ਜਿਹਾ ਟਮਾਟਰ ਅਤੇ ਪਿਆਜ਼ ਇਹ ਚੌਪ ਕਰਕੇ ਤੁਸੀਂ ਐਡ ਕਰਨਾ ਹੈ। ਇਹਦਾ ਜਿਹੜਾ ਟੇਸਟ ਆ ਨਾ ਉਹ ਬਹੁਤ ਹੀ ਮਜ਼ੇਦਾਰ ਲੱਗਦਾ ਚਾਵਲਾਂ ਦੇ ਨਾਲ। ਤੁਸੀਂ ਸਿੰਪਲ ਚਾਵਲਾਂ ਦੇ ਨਾਲ ਵੀ ਖਾ ਕੇ ਦੇਖਿਓ, ਬਹੁਤ ਹੀ ਮਜ਼ੇਦਾਰ ਲੱਗਦਾ। ਲੇਕਿਨ ਮੰਦੀ ਲਈ ਜਿਹੜਾ ਨਾ ਉਹ ਰਾਇਤਾ ਥੋੜ੍ਹਾ ਜਿਹਾ ਸਪੈਸ਼ਲ ਇਸ ਤਰ੍ਹਾਂ ਬਣਦਾ ਜਿੱਦਾਂ ਮੈਂ ਬਣਾਇਆ। ਹਲੋ ਜੀ, ਆਪਣਾ ਰਾਇਤਾ ਵੀ ਬਣ ਗਿਆ ਅਤੇ ਇੱਧਰ ਆਪਣੇ ਚਾਵਲ ਵੀ ਤਿਆਰ ਹੋ ਗਏ। ਦੇਖ ਸਕਦੇ ਹੋ ਤੁਸੀਂ ਕਿੰਨੇ ਮਜ਼ੇਦਾਰ, ਕਿੰਨੇ ਖਿਲੇ ਜਿਹੇ ਰਾਈਸ ਜਿਹੜੇ ਆ ਉਹ ਆਪਣੇ ਤਿਆਰ ਹੋ ਗਏ ਆ ਅਤੇ ਕੋਈ ਸਪਾਈਸੀ ਨਹੀਂ ਲੱਗ ਰਿਹਾ। ਮੈਂ ਸਿਰਫ ਥੋੜ੍ਹਾ ਜਿਹਾ ਫੂਡ ਕਲਰ ਐਡ ਕੀਤਾ ਸੀ ਇਹਦੀ ਲੁੱਕ ਨੂੰ ਪਿਆਰਾ ਕਰਨ ਲਈ। ਇਹ ਆਪਸ਼ਨਲ ਆ, ਤੁਸੀਂ ਐਡ ਕਰ ਵੀ ਸਕਦੇ ਆ ਅਤੇ ਨਹੀਂ ਵੀ ਕਰ ਸਕਦੇ। ਆਹ ਦੇਖੋ, ਦੇਖ ਕੇ ਤੁਹਾਡਾ ਦਿਲ ਕਰ ਰਿਹਾ ਇਹਨੂੰ ਅਸੀਂ ਖਾ ਲਈਏ ਫਟਾਫਟ। ਮੇਰਾ ਤਾਂ ਬਹੁਤ ਦਿਲ ਕਰ ਰਿਹਾ ਕਿ ਇਹਨੂੰ ਮੈਂ ਖਾ ਲਾਂ। ਕੁਛ ਡਰਾਈ ਫਰੂਟ ਮੈਂ ਪਾਤੇ ਸੀ ਅਤੇ ਕੁਛ ਡਰਾਈ ਫਰੂਟ ਜਿਹੜੇ ਆਪਾਂ ਉੱਤੇ ਗਾਰਨਿਸ਼ ਕਰ ਲਾਂਗੇ ਹੁਣ, ਤਾਂ ਕਿ ਇਹਦੀ ਲੁੱਕ ਹੋਰ ਵਧੀਆ ਲੱਗੇ। ਅਤੇ ਜਿਹੜੇ ਆਪਾਂ ਰੋਸਟ ਬਣਾਏ ਸੀ ਉਹ ਵੀ ਆਪਾਂ ਉੱਤੇ ਰੱਖ ਦਾਂਗੇ। ਹੈਲੋ ਜੀ, ਆਪਣੇ ਜਿਹੜੇ ਆ ਨਾ ਮਜ਼ੇਦਾਰ ਜਿਹਾ ਰਾਈਸ, ਰੋਸਟ, ਸਾਰਾ ਕੁਛ ਜਿਹੜਾ ਉਹ ਤਿਆਰ ਹੋ ਗਿਆ ਅਤੇ ਇਹਦਾ ਨਾਮ ਆ ਅਰੇਬੀਅਨ ਮੰਦੀ, ਅਰੇਬੀਅਨ ਚਿਕਨ ਮੰਦੀ। ਨਾਂ ਵੀ ਬਹੁਤ ਸੋਹਣਾ ਅਤੇ ਜਿੱਦਾਂ ਦਾ ਨਾਂ ਉੱਦਾਂ ਦੇ ਹੀ ਇਹ ਮਜ਼ੇਦਾਰ ਜਿਹੇ ਚਾਵਲ ਬਣੇ ਆ। ਇਹਨੂੰ ਤੁਸੀਂ ਇੰਜੋਏ ਕਰੋ। ਕੁਛ ਐਕਸਟਰਾ ਮਿਹਨਤ ਨਹੀਂ, ਕੁਛ ਐਕਸਟਰਾ ਕੰਮ ਨਹੀਂ ਔਖਾ, ਅਤੇ ਇਹਨੂੰ ਤੁਸੀਂ ਆਸਾਨੀ ਨਾਲ ਬਣਾ ਸਕਦੇ ਆ। ਇਸ ਆਸਾਨ ਤਰੀਕੇ ਨਾਲ ਬਣਾਓ ਅਤੇ ਮੈਨੂੰ ਦੱਸੋ ਤੁਹਾਡਾ ਐਕਸਪੀਰੀਅੰਸ ਇਹ ਬਣਾ ਕੇ ਕਿੱਦਾਂ ਦਾ ਰਿਹਾ ਅਤੇ ਤੁਹਾਡਾ ਰੋਸਟ ਕਿੱਦਾਂ ਦਾ ਬਣਿਆ। ਕਿਉਂਕਿ ਰੋਸਟ ਆਪਾਂ ਕਿੰਨੀ ਤਰ੍ਹਾਂ ਦੇ ਦੇਖਦੇ ਹਾਂ, ਲੇਕਿਨ ਆਹ ਤਰੀਕਾ ਬਹੁਤ ਹੀ ਆਸਾਨ ਆ। ਤੁਸੀਂ ਯਕੀਨ ਕਰੋ, ਬਣਾਓ ਅਤੇ ਫਿਰ ਮੈਨੂੰ ਦੱਸਿਓ ਕਿ ਕੀ ਤੁਹਾਨੂੰ ਇਹ ਆਸਾਨ ਲੱਗਿਆ। ਅਤੇ ਮੈਂ ਹੁਣ ਵੇਟ ਨਹੀਂ ਕਰ ਸਕਦੀ, ਮੈਨੂੰ ਇੰਨੇ ਮਜ਼ੇਦਾਰ ਲੱਗ ਰਹੇ ਕਿ ਮੇਰਾ ਦਿਲ ਕਰ ਰਿਹਾ ਫਟਾਫਟ ਖਾ ਲਾਂ। ਲੇਕਿਨ ਤੁਹਾਨੂੰ ਦਿਖਾਉਣਾ ਵੀ ਜ਼ਰੂਰੀ ਸੀ, ਇਸ ਲਈ ਜਿਹੜਾ ਨਾ ਹੁਣ ਦਿਖਾਤਾ। ਹੁਣ ਮੇਰੀ ਵਾਰੀ ਆ ਖਾਣ ਦੀ, ਕਿਉਂਕਿ ਇੰਨੀ ਮਿਹਨਤ ਤੋਂ ਬਾਅਦ ਬਿਲਕੁਲ ਵੇਟ ਨਹੀਂ ਕਰ ਹੁੰਦਾ ਕਿ ਹੁਣ ਰੁਕ ਜਾਈਏ ਅਤੇ ਖਾਈਏ ਨਾ। ਹੁਣ ਤੁਸੀਂ ਵੀ ਜਾਓ ਅਤੇ ਬਿਲਕੁਲ ਇੱਦਾਂ ਦੀ ਮੰਦੀ ਬਣਾ ਕੇ ਖਾਓ ਅਤੇ ਆਪਣੀ ਫੈਮਿਲੀ ਨੂੰ ਵੀ ਖਿਲਾਓ ਅਤੇ ਆਪਣੀ ਵਾਹ ਕਰਾਓ। ਅਗਰ ਤੁਸੀਂ ਇੱਦਾਂ ਹੀ ਬਣਾਓਗੇ ਜਿੱਦਾਂ ਮੈਂ ਤੁਹਾਨੂੰ ਦੱਸੀ ਹੈ, ਅਤੇ ਯਕੀਨ ਕਰੋ ਅਗਰ ਤਾਰੀਫ ਨਾ ਹੋਈ ਅਤੇ ਫਿਰ ਜਿਹੜਾ ਨਾ ਮੇਰਾ ਨਾਮ ਬਿਲਕੁਲ ਨਾ ਬਦਲਿਓ, ਮੇਰੀ ਰੈਸਪੀ ਦੁਬਾਰਾ ਦੇਖ ਲਈਓ, ਕਿਉਂਕਿ ਇਹ ਬਹੁਤ ਮਜ਼ੇਦਾਰ ਬਣੀ ਹੈ। ਹੋ ਸਕਦਾ ਤੁਹਾਡੇ ਕੋਲ ਕੋਈ ਭੁੱਲ ਹੋ ਗਈ ਹੋਵੇ ਅਤੇ ਇਸ ਲਈ ਤੁਸੀਂ ਦੁਬਾਰਾ ਦੇਖ ਕੇ ਦੁਬਾਰਾ ਬਣਾਈਓ। ਕੋਈ ਗੱਲ ਨਹੀਂ, ਕਦੀ ਨਹੀਂ ਵੀ ਸਹੀ ਬਣ ਜਾਂਦੀ, ਲੇਕਿਨ ਹੋਪਫੁਲੀ ਮੈਂ ਕਹਿ ਸਕਦੀ ਹਾਂ ਕਿ ਅਗਰ ਤੁਸੀਂ ਇਹਨੂੰ ਫੋਲੋ ਕਰੋਗੇ ਤਾਂ ਬਿਲਕੁਲ ਮਜ਼ੇਦਾਰ ਹੀ ਬਣੂਗੀ। ਚਲੋ ਜੀ,
ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਆ ਤੇ ਤੁਸੀਂ ਲਾਈਕ ਕਰ ਦਿਓ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮੇਰੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ। ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਅੱਲਾ ਹਾਫਿਜ਼।